रात नूं रोटी पानी खा के सब आपो अपने कमरियां विच चले गए। रेखा दे कमरे विच रहण वाला बबलू जमांदरू ही अधरंग दा शिकार होण करके एक लत्त सुका बैठा सी। फौड़ियां नाल चलदा फिरदा होण करके ਉਹ नच्चण गाउण दे काम तो वांझा ही रहा, पर रोजाना देर रात तक बह के महंत दे गोडे घुटने, ਉਹਦੇ ਨਾਲ ਤਾਸ਼ ਖੇਡਣਾ ਜਾਂ ਫਿਰ ਸਰਹਾਣੇ ਬਹਿ ਕੇ ਉਦੋਂ ਤੱਕ ਗੱਲਬਾਤ ਕਰਦਾ ਰਹਿੰਦਾ ਜਦ ਤੱਕ महंत ਨੂੰ ਨੀਂਦ ਨਾ ਆ ਜਾਂਦੀ। ਸੋ ਉਹ ਹਰ ਰੋਜ਼ ਦੀ ਤਰ੍ਹਾਂ ਅੱਜ ਵੀ ਕਮਰੇ ਵਿੱਚ ਨਹੀਂ ਆਇਆ ਸੀ। ਮੀਰਾ ਇੱਧਰ ਉੱਧਰ ਦੀ ਬਿੜਕ ਲੈਂਦੀ ਦਬਵੇਂ ਪੈਰੀ ਅੰਦਰ ਜਾਣ ਦੀ ਕੋਸ਼ਿਸ਼ ਕਰ ਰਹੀ ਸੀ। ਰੇਖਾ ਦਾ ਬਦਨ ਠੰਡ ਦੀ ਮਾਰ ਠੁਰ-ਠੁਰ ਕਰ ਰਿਹਾ ਸੀ। ਉਹ ਰਜਾਈ ਵਿੱਚ ਪੈਰ ਦੇ ਕੰਧ ਨਾਲ ਢੋਲ ਲਾਈ ਬੈਠੀ ਸੀ। ਕਮਰੇ ਵਿੱਚ ਮੱਧਮ ਜਿਹੀ ਪੀਲੀ ਬੱਤੀ ਦਾ ਚਾਨਣ ਸੀ। ਕਨਸ ਤੇ ਪਏ ਦੇਵੀ ਦੇਵਤਿਆਂ ਵਿੱਚ ਬੁੱਧ, ਗੁਰੂ ਨਾਨਕ, ਗਣੇਸ਼ ਤੇ ਕਈ ਮੂਰਤੀਆਂ ਦੇ ਨਾਲ ਧੂਫ ਬੱਤੀ ਦਾ ਸਟੈਂਡ ਤੇ ਚੜਾਵੇ ਦੇ ਸਿੱਕਿਆਂ ਦਾ ਢੇਰ ਲੱਗਿਆ ਪਿਆ ਸੀ। ਕਮਰੇ ਦੀ ਇੱਕ ਨੁੱਕਰ ਤੇ ਲੱਕੜ ਦੇ ਮੇਜ਼ ਤੇ ਇੱਕ ਸਜਾਵਟੀ ਪੀਸ ਪਿਆ ਸੀ, ਜਿਸ ਵਿੱਚ ਰੰਗ ਬਿਰੰਗੇ ਪਾਣੀ ਦੇ ਫੁਹਾਰੇ ਵਿੱਚ ਨਗਨ ਔਰਤ ਦਾ ਬਦਨ ਬਿਜਲੀ ਤੇ ਨੱਚ ਰਿਹਾ ਸੀ। ਸੌਂ ਤਾਂ ਨਹੀਂ ਗਏ ਦੀਦੀ? ਅੱਖਾਂ ਬੰਦ ਕਰਕੇ ਬੈਠੀ ਰੇਖਾ ਨੂੰ ਮੀਰਾ ਨੇ ਇਜਾਜ਼ਤ ਲੈਣ ਵਾਲੇ ਲਹਿਜੇ ਵਿੱਚ ਪੁੱਛਿਆ। ਨਹੀਂ ਨਹੀਂ, ਜਾਗਦੀ ਆਂ, ਨੀਂਦ ਅਜੇ ਕਿੱਥੇ? ਇਹ ਕਮਬਖਤ ਬਦਨ ਵੀ ਥੱਕ ਟੁੱਟ ਕੇ ਡਿੱਗਦਾ। ਜਿਸ ਦਿਨ ਨਾ ਨੱਚਾਂ ਨੀਂਦ ਵੀ ਮਸਾਂ ਹੀ ਆਉਂਦੀ ਆ। ਪਰ ਤੂੰ ਦੱਸ ਕੀ ਗੱਲ ਹੈ? ਰੇਖਾ ਬੋਲੀ। ਦੀਦੀ ਉਹ ਮੈਨੂੰ ਕਹਿ ਕੇ ਮੀਰਾ ਰੁਕ ਗਈ। ਹਾਏ ਮੈਂ ਮਰ ਜਾ, ਤੂੰ ਅਜੇ ਉਹੀ ਸੋਚੀ ਜਾਂਦੀ ਆ? ਆ ਬੈਠ ਰਜਾਈ 'ਚ, ਪੈਰ ਨਿੱਘੇ ਕਰ, ਦੱਸਦੀ ਆ ਤੈਨੂੰ ਸਾਰੀ ਗਾਥਾ। ਤੇ ਰੇਖਾ ਰਜਾਈ ਦਾ ਪਾਸਾ ਉਸਦੇ ਪੈਰਾਂ ਤੇ ਦਿੰਦੀ ਬੋਲੀ। 3 ਸਾਲ ਪਹਿਲਾਂ ਉਹ ਦੀਵਾਲੀ ਵਾਲੀ ਰਾਤ ਸੀ। ਸਾਰਾ ਅੰਗੀਨ ਆਤਿਸ਼ਬਾਜ਼ੀਆਂ ਨਾਲ ਟਿਮ-ਟਿਮ ਕਰ ਰਿਹਾ ਸੀ। ਉਸ ਰਾਤ ਤਾਂ ਤਾਰੇ ਵੀ ਆਪਣਾ ਹੁਸਨ ਭੁੱਲ ਬੈਠੇ ਸੀ। ਸਾਰਾ ਸ਼ਹਿਰ ਲੜੀਆਂ ਦੀਵਿਆਂ ਨਾਲ ਸਜਿਆ ਨਵੀਂ ਨਵੇਲੀ ਬਹੂ ਵਰਗਾ ਲੱਗ ਰਿਹਾ ਸੀ। ਸ਼ਹਿਰ ਵਾਲੇ ਪਾਸਿਓਂ ਪਟਾਕਿਆਂ ਦੀ ਆਵਾਜ਼ ਤੇ ਫੁੱਲ ਝੜੀਆਂ ਦੂਰ ਦੂਰ ਜਾ ਕੇ ਸਤਰੰਗੀ ਲੀਕ ਛੱਡਦੀਆਂ ਫਟ ਰਹੀਆਂ ਸਨ। ਉਂਝ ਆਪਣੇ ਖੁਸਰਿਆਂ ਦੇ ਤਾਂ ਕਾਹਦੇ ਤਿੱਥ ਤਿਉਹਾਰ ਹੁੰਦੇ ਨੇ ਜਦ ਮਨ ਅੰਦਰ ਹੀ ਕੁੱਪ ਹਨੇਰਾ ਹੋਵੇ। ਪਰ ਵਿਚਾਰਾ ਮਹੰਤ ਹਰ ਹੀਲੇ ਰੂਹ ਰੋਸ਼ਨ ਰੱਖਣ ਲਈ ਹਰ ਤਿਉਹਾਰ ਨੂੰ ਰੀਝ ਨਾਲ ਮਨਾਉਣ ਦਾ ਰਿਵਾਜ ਪਾਲੀ ਬੈਠਾ ਹੈ। ਅਖੀਏ ਹੁਣ ਮਿਲੀ ਜੂਨ ਤਾਂ ਭੋਗਣੀ ਪੈਣੀ ਆ, ਫਿਰ ਰੀਝਾਂ ਚਾਵਾਂ ਨੂੰ ਕਿਉਂ ਗ੍ਰਹਿਣ ਲਾਉਣਾ? ਉਸ ਰਾਤ ਡੇਰੇ ਦੀ ਚਾਰ ਦੀਵਾਰੀ ਤੇ ਬਨੇਰੇ ਦੀਆਂ ਮੋਮਬੱਤੀਆਂ ਦੀਵਿਆਂ ਨਾਲ ਭਰੇ ਲੱਪ-ਲੱਪ ਚਾਨਣ ਬਣ ਰਹੇ ਸਨ। ਡੇਰੇ ਦੇ ਮੁੱਖ ਦੁਆਰ ਤੇ ਸੇਬ ਪੱਕਾ ਤੇਲ ਪਾ ਕੇ ਵੱਡੀ ਮਿਸਾਲ ਮਚ ਰਹੀ ਸੀ। ਅੰਬੂ ਅਤੇ ਸੋਧਾ ਨੇ ਤਾਜ਼ੇ ਬੱਕਰੇ ਦਾ ਮੀਟ ਬਣਾਇਆ, ਜਿਸ ਨੂੰ ਡੇਰੇ ਵਿੱਚ ਡਲੇ ਬਣਾਏ ਕਿਹਾ ਜਾਂਦਾ ਹੈ। ਮਹੰਤ ਨੇ ਸਾਨੂੰ ਸਭ ਨੂੰ ਸੋਮਰਸ ਵਰਤਾਇਆ, ਲਕਸ਼ਮੀ ਦੀ ਪੂਜਾ ਕੀਤੀ ਤੇ ਲੋਰ 'ਚ ਆਏ ਅਸੀਂ ਗਾਉਣਾ ਵਜਾਉਣਾ ਕਰਦੇ ਰਹੇ। ਗਾਉਂਦੇ ਗਾਉਂਦੇ ਅਚਾਨਕ ਮਹੰਤ ਲੈਂਚੀ ਇੱਕ ਗੀਤ ਗਾਉਣ ਲੱਗਿਆ। ਕਹੀਂ ਦੀਪ ਜਲੇ ਕਹੀਂ ਦਿਲ, ਜ਼ਰਾ ਦੇਖ ਲੈ ਆकर परवाने, दिल कौन सी है मंजिल, कहीं दीप जले कहीं दिल। पता नहीं हासे मिंटां विच ही फुर हो गए ते सखणे दिनां विचला दर्द ਅੱਖਾਂ ਰਾਹੀਂ कल वगण लग्या। ਅਸੀਂ ਹੌਲੀ ਹੌਲੀ ਖਿਸਕਦੇ ਜਾ ਕੇ ਆਪੋ ਆਪਣੇ ਕਮਰਿਆਂ ਵਿੱਚ ਸੌਂ ਗਏ। ਉਸ ਵੇਲੇ 11 ਕੁ ਵਜੇ ਹੋਣੇ। ਇੱਕਾ ਦੁੱਕਾ ਪਟਾਕਿਆਂ ਦੀ ਠਾਠ ਤੋਂ ਇਲਾਵਾ ਸ਼ਹਿਰ ਟਿਕ ਚੁੱਕਿਆ ਸੀ। ਰੁੱਤ ਬਦਲਣ ਤੇ ਨਵੀਆਂ ਕੱਢੀਆਂ ਨਿੱਕੀਆਂ ਰਜਾਈਆਂ ਵਿੱਚ ਨੀਂਦ ਨੇ ਝੱਟ ਹੀ ਦਬੋਚ ਲਿਆ ਸੀ। ਅੱਧੀ ਕੁ ਰਾਤ ਲੰਘੀ ਹੋਣੀ ਆ ਕਿ ਬਾਹਰਲਾ ਲੋਹੇ ਦਾ ਗੇਟ ਕਿਸੇ ਨੇ ਜ਼ੋਰ ਦੀ ਭੰਨਿਆ। ਅੱਪੜ ਵਾਹੇ ਮੈਂ ਤੇ ਨੂਰੀ ਉੱਠੀ। ਮੈਨੂੰ ਰੁਕਣ ਦਾ ਇਸ਼ਾਰਾ ਕਰਕੇ ਨੂਰੀ ਅੱਧ ਸੁੱਤੀਆਂ ਅੱਖਾਂ ਮੰਨਦੀ ਪੌੜੀਆਂ ਉੱਤਰ ਕੇ ਗੇਟ ਤੇ ਗਈ। ਇੱਕ ਦੋ ਵਾਰ ਕੌਣ ਹੈ ਪੁੱਛਣ ਤੇ ਕੋਈ ਆਵਾਜ਼ ਨਾ ਆਈ, ਬਲਕਿ ਰੋਣ ਦੀ ਆਵਾਜ਼ ਸੁਣਦਿਆਂ ਹੀ ਉਸਨੇ ਚੌਪਟ ਗੇਟ ਖੋਲ ਦਿੱਤਾ।
ਬਹੁਤ ਦਲੇਰ ਤੇ ਤਕੜੀ ਆ। ਉਹ ਚੱਕਵੇਂ ਪੈਰੀ ਉਸ ਮੁੰਡੇ ਦੇ ਪਿੱਛੇ ਭੱਜ ਨਿਕਲੀ ਅਤੇ ਉਹ ਸਾਹਮਣੇ ਇਸ ਕਿੱਕਰ ਦੇ ਤਣ ਪਿੱਛੇ ਮਾਚੂ ਜਿਹੇ ਬੰਦੇ ਨੂੰ ਗਲਵੇ ਤੋਂ ਫੜ ਕੇ ਘੜੀਸ ਲਿਆ। ਉਹ ਕਿਹੜੀ ਜਿਹੀ ਹੱਡੀ ਦਾ ਮਾਚੂ ਜਿਹਾ ਮਰ ਬਸ 60 ਕਿਲੋ ਦਾ ਹੋਣਾ। ਗੇਟ ਤੇ ਖੜੀ ਗੰਦੀਆਂ ਗਾਲਾਂ ਕੱਢ ਕੇ ਰੋ ਰਹੀ ਸੀ। ਹਰਾਮਜ਼ਾਦਿਆਂ, ਭੱਜਣ ਦੀ ਕੀ ਲੋੜ ਸੀ? ਜੰਮਣ ਦਾ ਹੀ ਚਾਅ ਸੀ ਲੰਡਿਆ। ਸਾਡੀ ਲਾ ਦੇ ਤੇ ਸਾਡੀ ਬੁੱਕੋਂ ਵਿੱਚ ਦੇ ਕੇ ਜਾ। ਅਸੀਂ ਵੀ ਤਾਂ ਰੱਬ ਦੇ ਬੰਦੇ ਆ ਲੁੱਚਿਆ। ਸਾਡੇ ਅੰਦਰ ਵੀ ਤਾਂ ਦਿਲ ਧੜਕਦਾ ਹੈ। ਕੀ ਹੋਇਆ ਜੇ ਅਸੀਂ ਤੇਰੀ ਕਮਾਊ ਪੁੱਤ ਵਰਗੇ ਨਹੀਂ? ਲੱਖ ਲਾਹਨਤਾਂ ਮੈਨੂੰ ਜਾਣਦਿਆਂ ਦੁਸ਼ਮਣਾ, ਤੇਰੇ ਹਰ ਸਾਲ ਸਾਡੇ ਵਰਗੇ ਹੀ ਜੰਮੇ। ਹਾਏ ਹਾਏ ਕਰਦੀ ਹੁੰਦੀ ਇੱਕ ਹੱਥ ਨਾਲ ਉਸ ਨੂੰ ਫੜੀ ਤੇ ਦੂਜੇ ਹੱਥ ਨਾਲ ਛਾਤੀ ਘੁੱਟ ਰਹੀ ਸੀ। ਟਿੱਕੀ ਰਾਤ ਉਸ ਦੀ ਕੁਰਲਾਹਟ ਇਉਂ ਲੱਗ ਰਹੀ ਸੀ ਜਿਵੇਂ ਕਿਸੇ ਨੇ ਉਸ ਦੀਆਂ ਆਂਦਰਾਂ ਨੋਚ ਲਈਆਂ ਹੋਣ। ਉਸ ਦੀਆਂ ਚੀਕਾਂ ਦੀਆਂ ਆਵਾਜ਼ਾਂ ਸੁਣ ਕੇ ਮੈਂ ਡੇਰੇ ਦੇ ਹਰ ਸ਼ਖਸ ਨੂੰ ਜਗਾ ਕੇ ਥੱਲੇ ਲੈ ਆਈ। ਉਹ ਅਜਨਬੀ ਹੱਥ ਬੰਨ੍ਹ ਕੇ ਖੜਾ ਗਿੜਗਿੜਾ ਰਿਹਾ ਸੀ। ਮਹੰਤ ਜੀ ਦੇ ਪੈਰੀ ਡਿੱਗ ਪਿਆ ਸੀ। ਜਨਾਬ, ਮਾਫ ਕਰ ਦਿਓ, ਮੈਂ ਗਰੀਬ ਤਾਂ ਕਦੇ ਜੀਵ ਹੱਤਿਆ ਬਾਰੇ ਸੋਚ ਵੀ ਨਹੀਂ ਸਕਦਾ। ਨਿਰੋਲ ਪੰਡਤ ਬਰਾਦਰੀ ਦਾ ਹਾਂ। ਸਵੇਰੇ ਸ਼ਾਮ ਘਰ ਵਿੱਚ ਦੇਵੀ ਦੇਵਤਿਆਂ ਦੀ ਆਰਤੀ ਉਤਾਰਦਾ ਹਾਂ, ਪਰ ਆਹ ਭਾਣਾ ਚੱਲਣਾ ਮੇਰੇ ਵੱਸ ਵਿੱਚ ਨਹੀਂ। ਨੱਕ ਕੱਟ ਹੋ ਜਾਏਗੀ ਜਨਾਬ। ਕੀ ਕਹੇਗਾ ਜ਼ਮਾਨਾ ਕਿ ਮੇਰੇ ਘਰ ਤੋਬਾ ਤੋਬਾ। ਬੋਲੀ ਜਾ ਰਿਹਾ ਸੀ। ਪੈਦਾ ਕਦੋਂ ਹੋਇਆ ਇਹ ਬੱਚਾ? ਨੂਰੀ ਦੀ ਕੜਕਵੀਂ ਆਵਾਜ਼ ਆਈ। ਅੱਜ ਸਵੇਰੇ ਪੋ ਫੁਟਾਲੇ ਦੇ ਨਾਲ ਹੀ ਸਰਕਾਰ। ਕਿੱਥੇ ਹੋਇਆ ਤੇ ਕਿਵੇਂ ਹੋਇਆ? ਨੂਰੀ ਫਿਰ ਬੋਲੀ। ਮੇਰੇ ਘਰ ਵਿੱਚ ਹੀ ਪੈਦਾ ਹੋਇਆ। ਨਰਸ ਨੇ ਸਾਰੀ ਰਾਤ ਦੀ ਕੋਸ਼ਿਸ਼ ਤੋਂ ਬਾਅਦ ਸਵੇਰੇ ਹੀ ਬੱਚੇ ਨੂੰ ਜਨਮ ਦਿਵਾਇਆ। ਪੂਰੇ 5000 ਰੁਪਏ ਦੇ ਕੇ ਉਸ ਦਾ ਇਸ ਸ਼ਰਤ ਤੇ ਮੂੰਹ ਬੰਨਿਆ ਕਿ ਬੱਚੇ ਨੂੰ ਬਿਨਾਂ ਨੁਕਸਾਨ ਪਹੁੰਚਾਏ ਸਹੀ ਸਲਾਮਤ ਤੁਹਾਡੀ ਬਰਾਦਰੀ ਦੇ ਹਵਾਲੇ ਕਰ ਦਿਆਂਗਾ। ਪਰ ਸਾਡੇ ਘਰ ਵਿੱਚ ਖੁਸਰਾ ਜੰਮੇ ਦੀ ਭਿਣਕ ਬਾਹਰ ਨਹੀਂ ਪੈਣੀ ਚਾਹੀਦੀ। ਸਰਕਾਰ, ਮੇਰਾ ਦਰਦ ਸਮਝੋ। ਤੇ ਇਸ ਦੀ ਮਾਂ? ਕਹਿ ਕੇ ਮਹੰਤ ਚੁੱਪ ਹੋ ਗਿਆ। ਉਸ ਨੂੰ ਬਥੇਰਾ ਮਨਾਇਆ ਪਰ ਉਹ ਨਹੀਂ ਮੰਨੀ। ਅਖੀਰ ਚੋਰੀ ਉਸ ਦੇ ਸੁੱਤੀ ਪਈ ਤੋਂ ਹੀ ਮੈਂ ਇਸ ਨੂੰ ਤੁਹਾਡੇ ਹਵਾਲੇ ਕਰਨ ਆਇਆ ਹਾਂ। ਰੋਵੇਗੀ, ਕੁਰਲਾਵੇਗੀ, ਕਹਿ ਦਿਆਂਗਾ ਕਿ ਵਗਦੇ ਪਾਣੀਆਂ ਦੇ ਹਵਾਲੇ ਕਰ ਆਇਆ ਹਾਂ। ਆਪੇ ਹੋਣੀ ਸਵੀਕਾਰ ਕਰ ਲਵੇਗੀ। ਪਰ ਜਨਾਬ, ਹਾੜਾ ਜੇ ਮੇਰਾ ਭੇਤ ਸਦਾ ਹੀ ਲੁਕਿਆ ਰਹੇ। ਤੁਸੀਂ ਆਪਣੀ ਅਮਾਨਤ ਸਾਂਭ ਲਓ। ਪੰਡਤ ਹੁਬਕੋ ਹੁਬਕੀ ਹੁੰਦਾ ਬੋਲਿਆ। ਤੋਬਾ ਤੋਬਾ, ਇਹ ਇਨਸਾਨ ਨਾਂ ਦਾ ਜਾਨਵਰ ਵੀ ਰੱਬ ਨੇ ਬੜਾ ਖਤਰਨਾਕ ਬਣਾਇਆ। ਵਗਦੇ ਪਾਣੀਆਂ ਦੇ ਹਵਾਲੇ ਕਰ ਆਇਆ ਸੁਣ ਕੇ ਮੇਰੇ ਮੂੰਹੋਂ ਸੁਭਾਵਕ ਹੀ ਨਿਕਲ ਗਿਆ। ਪਰ ਮਹੰਤ ਨੇ ਬੜੇ ਹੀ ਠਰਮੇ ਨਾਲ ਬੱਚਾ ਗੋਦ ਵਿੱਚ ਲਿਆ। ਉਸ ਦਾ ਕੂਲਾ ਨਾਜ਼ੁਕ ਸਿਰ ਪਲੋਸਿਆ, ਵਾਰੀ ਜਾਵਾਂ ਕੀਤਾ ਤੇ ਨੂਰੀ ਦੀ ਬੁੱਕਲ ਵਿੱਚ ਦਿੰਦਾ ਬੋਲਿਆ, ਲੈ ਬੱਲਿਆ, ਤੈਨੂੰ ਤੇਰੀ ਨਵੀਂ ਮਾਂ ਮੁਬਾਰਕ ਹੋਵੇ। ਇਸ ਦੀ ਬੁੱਕਲ ਦਾ ਨਿੱਘ ਹੀ ਤੇਰੇ ਲਈ ਜਹਾਨ ਹੋਵੇ। ਜਾ ਪੰਡਤਾ, ਇਹਦੀ ਮਾਂ ਨੂੰ ਸਾਂਭੀ, ਰੋਣ ਨਾ ਦੇਈਂ। ਇਸ ਦੀ ਤੰਦਰੁਸਤੀ ਅਤੇ ਲੰਮੀ ਉਮਰ ਦੀ ਦੁਆ ਕਰੀ। ਪਿਆਰ ਦੀ ਇੱਥੇ ਤੋਟ ਨਹੀਂ। ਸੁਣਨ ਦੀ ਦੇਰ ਸੀ, ਪੰਡਤ ਤਾਂ ਕਾਲੇ ਕਦਮੀ ਹਨੇਰੇ ਵਿੱਚ ਅਲੋਪ ਹੋ ਗਿਆ। ਉਸ ਇੱਕ ਦਿਨ ਦੀ ਮੰਨੂ ਨੂੰ ਨੂਰੀ ਨੇ ਦਿਨ ਰਾਤ ਇੱਕ ਕਰਕੇ ਪਾਲਿਆ। ਸ਼ਾਇਦ ਢਿੱਡੋਂ ਜੰਮਣ ਵਾਲੀ ਓਨੀ ਤਰੱਦਦ ਨਾ ਕਰ ਸਕਦੀ। ਹੁਣ ਉਹ ਮੰਨੂ ਨੂੰ ਆਪਣੀ ਧੀ ਦੱਸਦੀ ਹੈ। ਮੰਨੂ ਸਿਰਫ ਉਸ ਦੀ ਹੀ ਨਹੀਂ, ਸਾਡੇ ਡੇਰੇ ਦੀ ਧੀ ਹੈ। ਅੱਲਾ ਖੈਰ ਕਰੇ, ਉਹ ਵੱਡੀ ਹੋ ਕੇ ਸਾਰੇ ਖਲਕਤ ਦੀ ਖੈਰ ਮੰਗੇ। ਕਹਿੰਦੀ ਰੇਖਾ ਦੇ ਬੋਲ ਦਰਦ ਨਾਲ ਸਿੱਲੇ ਹੋ ਕੇ ਭਾਰੇ ਹੋ ਗਏ ਸਨ। ਜਿਵੇਂ ਮਾਨਸਿਕ ਪੀੜ
ਜਿਸਮਾਨੀ ਪੀੜ ਬਣ ਗਈ ਹੋਵੇ ਤੇ ਉਹ ਮੂੰਹ ਰਜਾਈ ਨਾਲ ਢੱਕਦੀ ਹੋਈ ਬੋਲੀ, ਜਾ ਮੀਰਾ ਸੌਂ ਜਾ, ਬਾਕੀ ਕਦੇ ਫੇਰ ਸਹੀ। ਹੁਣ ਮੀਰਾ ਨੂੰ ਮੰਨੂ ਦਾ ਹੋਰ ਵੀ ਮੋਹ ਆਉਣ ਲੱਗਿਆ ਸੀ। ਆਨੀ ਬਹਾਨੀ ਲੁਕ ਛਿਪ ਕੇ ਉਸ ਨੂੰ ਕੁੱਟ-ਕੁੱਟ ਪਿਆਰ ਕਰਦੀ। ਹਿੱਕ ਵਿੱਚ ਮੋਹ ਦੀ ਲਹਿਰ ਉਛਲਦੀ ਤਾਂ ਉਹ ਝੱਟ ਮੰਨੂ ਨੂੰ ਘੁੱਟ ਕੇ ਸੀਨੇ ਨਾਲ ਲਾ ਲੈਂਦੀ। ਇਹ ਸਭ ਕੁਝ ਵੇਖ ਕੇ ਨੂਰੀ ਨੂੰ ਵੀ ਹੁਣ ਮੀਰਾ ਚੰਗੀ ਲੱਗਣ ਲੱਗ ਪਈ ਸੀ। ਡੇਰੇ ਵਿੱਚ ਆਈ ਮੀਰਾ ਨੂੰ ਲਗਭਗ 3 ਮਹੀਨੇ ਹੋ ਚੱਲੇ ਸਨ। ਕਿਸੇ ਹੋਰ ਡੇਰੇ ਵਿੱਚ ਉਸ ਦੀ ਰਿਹਾਇਸ਼ ਦਾ ਇੰਤਜ਼ਾਮ ਅਜੇ ਪੱਕਾ ਨਹੀਂ ਸੀ ਹੋਇਆ। ਗਰਮੀ ਦੀ ਰੁੱਤ ਉਤਰਨ ਲਈ ਬੇਤਾਬ ਹੋਈ ਜਾਪਦੀ ਸੀ। ਦਿਨ ਵੇਲੇ ਮੁੜਕਾ ਤੇ ਹੁਮਸ ਘਬਰਾਹਟ ਪੈਦਾ ਕਰ ਦਿੰਦੀ। ਤਪਦੇ ਭਖਦੇ ਬਦਨ ਬਾਹਰ ਖੁੱਲ੍ਹੀ ਤੇ ਠੰਡੀ ਫਿਜ਼ਾ ਵਿੱਚ ਵਿਚਰਨਾ ਲੋੜਦੇ। ਦਿਨ ਢਲਦਿਆਂ ਹੀ ਅੰਬੂ ਠੰਡੇ ਪਾਣੀ ਦੀ ਪਾਈਪ ਲਾ ਕੇ ਵਿਹੜਾ ਤੇ ਬਰਾਂਡਾ ਧੋ ਜਾਂ ਛਿੜਕ ਲੈਂਦਾ। ਮਿੱਠੀ ਮਿੱਠੀ ਰੁਮਕਦੀ ਹਵਾ ਨਾਲ ਦੇਹਾਂ ਵਿੱਚ ਸਕੂਨ ਭਰਦਾ। ਦੇਰ ਰਾਤ ਤੱਕ ਤਾਰਿਆਂ ਦੀ ਛਾਵੇਂ ਮੰਜੇ ਡਾਹ ਕੇ ਸਾਰੇ ਖੁਸਰੇ ਰੋਟੀ ਪਾਣੀ ਖਾਂਦੇ, ਹਾਸੜ ਮਚਾਉਂਦੇ ਤੇ ਕਦੇ ਗਾਉਣ ਵਜਾਉਣ ਲੱਗ ਪੈਂਦੇ। ਰੇਖਾ ਢੋਲਣ ਤੇ ਮਹੰਤ ਝੇਡਾਂ ਕਰਦੇ ਕਰਦੇ ਅਸ਼ਲੀਲ ਗਾਲਾਂ ਵੀ ਕੱਢਦੇ। ਕੋਲ ਤੁਰੀ ਫਿਰਦੀ ਸੋਧਾ ਨਮੋਸ਼ੀ ਮਾਰ ਮੂੰਹ ਚੁੰਨੀ ਦੇ ਪੱਲੇ ਨਾਲ ਢੱਕਦੀ। ਮੀਰਾ ਨੂੰ ਵੀ ਘੁੱਟਣ ਜਿਹੀ ਮਹਿਸੂਸ ਹੁੰਦੀ। ਬਦਲਦੀ ਰੁੱਤੇ ਮੀਰਾ ਨੂੰ ਅੱਬਾ ਅੰਮੀ ਦਾ ਵਿਹੜਾ ਯਾਦ ਆਉਣ ਲੱਗਦਾ ਕਿ ਕਿਵੇਂ ਇੱਕੋ ਟੇਬਲ ਫੈਨ ਮੂਹਰੇ ਸੌਣ ਲਈ ਬਿਲਾਲ ਤੇ ਸ਼ਮੀਰ ਕਾਟੂਆਂ ਵਾਂਗ ਲੜਦੇ ਝਗੜਦੇ ਸਨ। ਅਲੀਗੜ੍ਹ ਦੀ ਧਰਤੀ ਤਾਂ ਉਸ ਨੂੰ ਕਦੇ ਇੰਨੀ ਤਪੀ ਲੱਗੀ ਹੀ ਨਹੀਂ ਸੀ। ਪਤਾ ਨਹੀਂ ਰਿਸ਼ਤਿਆਂ ਦੀ ਠੰਡਕ ਸੀ ਜਾਂ ਅਧੂਰੇਪਣ ਦੀ ਗੁਲਾਮੀ ਦਾ ਭਾਰ ਸੀ। ਅੱਜ ਗੁਆਂਢ ਵਾਲੇ ਗੁਰੂ ਘਰੋਂ ਜਦੋਂ ਗ੍ਰੰਥੀ ਸਿੰਘ ਨੇ ਸ਼ਾਮ ਨੂੰ ਰਹਿ ਰਾਸ ਦਾ ਪਾਠ ਕਰਦਿਆਂ ਤੁਕ ਉਚਾਰੀ ਸੀ, ਸੁਖੀ ਬਸੇ ਮੋਰੋ ਪਰਿਵਾਰਾ। ਪਹਿਲੀ ਵਾਰ ਮੀਰਾ ਦੇ ਕੰਨਾਂ ਨੇ ਕਿਸੇ ਸ਼ਬਦ ਦਾ ਮਤਲਬ ਇੰਨਾ ਕਸ਼ੀਦ ਕੇ ਸੁਣਿਆ ਸੀ। ਸੁਣਦਿਆਂ ਸਾਰ ਹੀ ਪਿੱਛੇ ਛੱਡ ਆਏ ਪਰਿਵਾਰ ਦੀ ਯਾਦ ਵਿੱਚ ਮਨ ਬੇਬਲ ਹੋ ਉੱਠਿਆ ਸੀ। ਅੰਮੀ ਅੱਬਾ ਦਾ ਖਿਆਲ ਰਹਿ ਰਹਿ ਕੇ ਮਨ ਦੀਆਂ ਬਰੂਹਾਂ ਤੇ ਖੌਰੂ ਪਾ ਰਿਹਾ ਸੀ। ਪਤਾ ਨਹੀਂ ਬਰਕਤ, ਨੂਰਾ, ਬਿਲਾਲ ਤੇ ਸ਼ਮੀਰ ਵੀ ਯਾਦ ਕਰਦੇ ਹੋਣੇ ਨੇ ਜਾਂ ਨਹੀਂ। ਮੈਂ ਚੰਦਰੀ ਕਿਸੇ ਨੂੰ ਘੁੱਟ ਕੇ ਪਿਆਰ ਵੀ ਨਾ ਕਰਕੇ ਆਈ। ਡਰਪੋਕ ਜਿਹੀ ਖੁਦ ਤੋਂ ਹੀ ਡਰ ਗਈ ਸੀ ਕਿ ਮਨ ਦੀ ਪਤਲੀ ਨਾ ਪੈ ਜਾਵਾਂ। ਅੰਮੀ ਤਾਂ ਵਿਯੋਗ ਵਿੱਚ ਮਰ ਜਾਂਦੀ ਹੋ। ਅੱਬਾ ਚੋਰੀ ਚੋਰੀ ਆਵੇ ਵਿੱਚ ਬੈਠਾ ਅੱਖਾਂ ਭਰਦਾ ਹੋ। ਉਹ ਕਦ ਛੇਤੀ ਕਿਤੇ ਦਿਲ ਖੋਲ੍ਹਦਾ ਕਿਸੇ ਨਾਲ। ਸੋਚਾਂ ਦੇ ਸਾਗਰ ਵਿੱਚ ਤਾਰੀਆਂ ਲਾਉਂਦੀ ਮੀਰਾ ਦੇ ਨੈਣਾਂ ਵਿੱਚੋਂ ਹੰਝੂ ਪਰਨਾਲੇ ਵਾਂਗ ਵਗਣ ਲੱਗ ਪਏ। ਦੇਖਦਿਆਂ ਸਾਰ ਹੀ ਮਹੰਤ ਲੈਂਚੀ ਨੇ ਖੰਗੂਰਾ ਮਾਰ ਕੇ ਇਸ਼ਾਰਾ ਕਰਦਿਆਂ ਰੇਖਾ ਨੂੰ ਸਥਿਤੀ ਤੋਂ ਜਾਣੂ ਕਰਵਾਇਆ। ਬਹਾਨਾ ਬਣਾ ਕੇ ਵਿੱਚੋਂ ਉੱਠਦੀਆਂ ਪੌੜੀਆਂ ਚੜ੍ਹਦੀ ਰੇਖਾ ਬੋਲੀ, ਨੀ ਮੀਰਾ, ਉੱਪਰ ਆ ਕੇ ਮੇਰਾ ਇੱਕ ਕੰਮ ਕਰ। ਪਿੱਛੇ ਪਿੱਛੇ ਮੀਰਾ ਵੀ ਰੇਖਾ ਦੇ ਕਮਰੇ ਵਿੱਚ ਚਲੀ ਗਈ। ਕੀ ਗੱਲ, ਮਨ ਕਿਉਂ ਭਰਿਆ ਮੇਰੀ ਜਾਨ? ਮੋਹ ਤੇ ਹਮਦਰਦੀ ਦਾ ਫੰਵਾ ਦੁਗਦੀ ਰਗ ਤੇ ਧਰਦੀ ਰੇਖਾ ਬੋਲੀ ਹੀ ਸੀ ਕਿ ਮੀਰਾ ਦਾ ਅੰਦਰਲਾ ਦਰਦ ਲਾਵੇ ਵਾਂਗ ਫੁੱਟ ਨਿਕਲਿਆ। ਉਹ ਰੇਖਾ ਦੇ ਗਲ ਨੂੰ ਚਿੰਬੜ ਕੇ ਰੋਣ ਲੱਗੀ। ਗੱਲ ਤਾਂ ਦੱਸ, ਕੀ ਹੋਈ? ਕਿਸੇ ਨੇ ਕੁਝ ਕਿਹਾ ਤੈਨੂੰ? ਨਹੀਂ ਨਹੀਂ, ਅੰਮਾ ਅੱਬਾ ਦੀ ਯਾਦ ਸਤਾ ਰਹੀ ਆ। ਚਿੱਤ ਕਰਦਾ ਉੱਡ ਕੇ ਉਹਨਾਂ ਕੋਲ ਚਲੀ ਜਾਵਾਂ। ਹੁਬਕੋ ਹੁਬਕੀ ਰੋਂਦੀ ਮੀਰਾ ਬੋਲੀ। ਜਾ ਪਰੇ ਮਰ ਕਮਲੀ, ਸਾਡੇ ਖੁਸਰਿਆਂ ਦੇ ਵੀ ਕੋਈ ਮਾਂ-ਬਾਪ ਹੁੰਦੇ ਨੇ ਭਲਾ। ਸਾਡਾ ਅਧੂਰਾਪਣ ਤਾਂ ਸਾਥੋਂ ਸਾਰੇ ਰਿਸ਼ਤੇ ਨਾਤੇ, ਜਾਤ ਪਾਤ, ਧਰਮ, ਘਰ-ਬਾਰ ਤੇ ਹੱਕ ਜੰਮਣ ਸਾਰ ਹੀ ਖੋ ਲੈਂਦਾ ਹੈ।
ਤੂੰ ਤੇ ਮੇਰੀ ਬਿੱਲੋ ਫਿਰ ਵੀ 12 ਸਾਲ ਜੰਮਣ ਵਾਲਿਆਂ ਕੋਲ ਘੱਟ ਆਈ ਹੈ। ਮੇਰੇ ਵੱਲ ਵੇਖ, ਜਿਸ ਨੂੰ ਇਹ ਵੀ ਨਹੀਂ ਪਤਾ ਕਿ ਕਿੱਥੇ, ਕਦੋਂ, ਕਿਸ ਨੇ ਜੰਮਿਆ ਸੀ। ਦੂਜੇ ਦੇ ਵੱਡੇ ਦਰਦ ਨੂੰ ਦੇਖ ਕੇ ਹੀ ਜਿਉਣਾ ਸਿੱਖਣਾ ਚਾਹੀਦਾ ਹੈ। ਦੁਨੀਆ ਵਾਲੇ ਪਾਸੇ ਖੁੱਲ੍ਹਦੀ ਮਨ ਦੀ ਖਿੜਕੀ ਸਦਾ ਲਈ ਬੰਦ ਕਰ ਦੇ। ਕਮਰੇ ਵਿੱਚ ਪਏ ਘੜੇ 'ਚੋਂ ਪਾਣੀ ਦਾ ਗਿਲਾਸ ਭਰ ਕੇ ਮੀਰਾ ਨੂੰ ਪਿਲਾਉਂਦੀ, ਉਸ ਦੇ ਅਥਰੂ ਪੂੰਝਦੀ ਰੇਖਾ ਦਾ ਆਪਦਾ ਵੀ ਗੱਜ ਭਰ ਆਇਆ ਸੀ। ਪਰ ਉਹ ਦਰਦ ਨੂੰ ਘੁੱਟਾਂ ਬਾਟੀ ਹੀ ਸੜਾਕ ਗਈ ਸੀ। ਚੱਲ ਰਹਿੰਦੇ ਪਾਣੀ ਨਾਲ ਮੂੰਹ ਧੋ ਤੇ ਵਾਅਦਾ ਕਰ ਅੱਗੇ ਤੋਂ ਨਹੀਂ ਰੋਵੇਂਗੀ। ਸੱਚ ਤਾਂ ਇਹ ਹੈ ਕਿ ਸਾਡਾ ਰੰਡੀ ਰੋਣਾ ਸੁਣਨ ਵਾਲਾ ਇੱਥੇ ਕੋਈ ਨਹੀਂ। ਸੋ ਇਹ ਦਰਦ ਪੁਰਾਣਾ ਸਮਝ ਕੇ ਦਿਲ ਦੀ ਨੁਕਰੇ ਡੂੰਘੀ ਕਬਰ ਪੁੱਟ ਕੇ ਦਫਨ ਕਰ ਸੁੱਟ ਮੇਰੀ ਬਿੱਲੋ। ਰੇਖਾ ਦੀਆਂ ਜਾਦੂਮਈ ਗੱਲਾਂ ਦੇ ਤਰਵਾਸ ਨੇ ਮੀਰਾ ਨੂੰ ਪਲਾਂ ਵਿੱਚ ਹੀ ਹਲਕਾ ਫੁਲਕਾ ਕਰ ਦਿੱਤਾ। ਜਾਣੋ ਕਿ ਇੱਕ ਵਾਵਰੋਲਾ ਆਇਆ ਹੋਵੇ ਤੇ ਉਸ ਤੋਂ ਬਾਅਦ ਅਜਬ ਜਿਹਾ ਸन्नाटा ਛਾ ਗਿਆ ਹੋਵੇ। ਠੰਡਾ ਹੌਕਾ ਭਰਦੀ ਉਹ ਫਟਾਫਟ ਰੇਖਾ ਦੇ ਮਗਰ ਪੌੜੀਆਂ ਉਤਰ ਆਈ।